ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰੂਦੇਵ ਜੀ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ, ਸ਼ਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਧੇ ਦੁੱਖ ਸਹਾਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਸਾਨੂੰ ਇੱਕ ਬਹੁਤ ਵੱਡਾ ਪੈਗਾਮ ਦਿੰਦੀ ਆ, ਸੰਦੇਸ਼ ਦਿੰਦੀ ਆ ਕਿ ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਅਸੀਂ ਆਪਣੀ ਗੋਦ ਵਿੱਚ ਕਿਵੇਂ ਲੈ ਸਕਦੇ ਹਾਂ। ਕਿ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹਿਰਦੇ ਦੀ ਵਿਸ਼ਾਲਤਾ ਦੇਖਦੇ ਹਾਂ ਤੇ ਉਹਨਾਂ ਨੇ ਸਾਰੀ ਦੁਨੀਆ ਨੂੰ ਮਤਲਬ ਆਪਣੀ ਗੋਦ ਵਿੱਚ ਲਿਆ। ਆ ਜਾਓ, ਬਹਿ ਜਾਓ ਮੇਰੀ ਗੋਦ ਵਿੱਚ ਆ ਕੇ। ਇੰਨਾ ਪਿਆਰ ਨਹੀਂ ਦੇਖਿਆ ਜਾ ਸਕਦਾ। ਸਾਨੂੰ ਜਿਹੜੇ ਅਸੀਂ ਲੋਕ ਅੱਜ ਬਾਣੀ ਵਿਚਾਰਦੇ ਹਾਂ, ਪੜ੍ਹਦੇ ਹਾਂ, ਪਾਠ ਕਰਦੇ ਹਾਂ, ਸਾਨੂੰ ਬਹੁਤ ਕੁਛ ਹਜੇ ਸਿੱਖਣ ਦੀ ਲੋੜ ਆ। ਅਸੀਂ ਇਹ ਮੰਨੀਏ ਕਿ ਅਸੀਂ ਅਜੇ ਬਹੁਤ ਕੁਛ ਨਹੀਂ ਸਿੱਖਿਆ। ਇਹ ਮਨ ਆ ਬਈ ਅਸੀਂ ਹਜੇ ਸਿੱਖਣਾ, ਇਹ ਸਾਨੂੰ ਬਿਊਟੀ ਤੱਕ ਲੈ ਕੇ ਜਾਣੀ ਆ। ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਵਿੱਚ ਜਿਹੜੀ ਬਾਣੀ ਉਹਨਾਂ ਦੀ ਬੋਲ ਮਹਾਰਾਜ ਜੀ ਦੀ ਕਸਵੱਟੀ 'ਤੇ ਪੂਰੇ ਉਤਰੇ, ਉਹ ਸਾਰੇ ਦਾਖਲ ਕਰਤੇ, ਸਾਰੇ ਦਰਜ ਕਰਤੇ ਗੁਰਬਾਣੀ ਦੇ ਵਿੱਚ, ਹੈ ਨਾ। ਇੱਕ ਕਹਾਵਤ ਹੁੰਦੀ ਆ ਕਿ ਸਿਆਣਿਆਂ ਇੱਕੋ ਮੱਤ, ਮੂਰਖਾਂ ਆਪੋ ਆਪਣੀ। ਜਿਹੜੇ ਰਵਿਦਾਸ ਜੀ ਅਤੇ ਕਬੀਰ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਗੱਲ ਦਾ ਪ੍ਰੂਫ ਦਿੰਦੀ ਆ ਕਿ ਇਹ ਇੱਕੋ ਟਾਈਮ ਹੋਏ, ਕਬੀਰ ਜੀ ਅਤੇ ਰਵਿਦਾਸ ਜੀ। ਕਬੀਰ ਜੀ ਅਤੇ ਰਵਿਦਾਸ ਜੀ ਇਹਦਾ ਮਤਲਬ ਇੱਕੋ ਸਮੇਂ ਨੇ। ਕਬੀਰ ਜੀ ਆਪਣੀ ਬਾਣੀ ਦੇ ਵਿੱਚ ਰਵਿਦਾਸ ਜੀ ਦੇ ਇੱਕ ਸ਼ਬਦ ਨੂੰ ਉੱਚਾ ਚੁੱਕਦੇ ਆ, ਵਡਿਆਈ ਦਿੰਦੇ ਆ। ਆਪਣੇ ਲੋਕ ਤੇ ਕੱਟਣ ਲੱਗ ਜਾਂਦੇ ਆ ਕਿ ਆਹ ਠੀਕ ਗੱਲ ਨਹੀਂ ਹੈਗੀ, ਆਹ ਇੱਦਾਂ ਨਹੀਂ ਹੈਗੀ, ਹੈ ਨਾ। ਅਤੇ ਗੁਰਬਾਣੀ ਦੀ ਬਿਊਟੀ ਤੁਸੀਂ ਦੇਖੋਗੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਇਹ ਚੀਜ਼ ਸਿਖਾਈ ਕਿ ਭਾਈ ਤੇਰੇ ਵਿੱਚ ਦੂਸਰਿਆਂ ਦੇ ਨਾਲ ਸਹਿਮਤ ਹੋਣ ਦੀ ਸ਼ਕਤੀ ਹੋਣੀ ਚਾਹੀਦੀ ਆ। ਜੇ ਤੇਰੇ ਕੋਲ ਦੂਜਿਆਂ ਦੇ ਨਾਲ ਸਹਿਮਤ ਹੋਣ ਦੀ ਸ਼ਕਤੀ ਆ, ਇਹਦਾ ਮਤਲਬ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਰਸਤੇ ਦੇ ਉੱਤੇ ਆ। ਇੱਕ ਬੰਦਾ ਕਹਿ ਰਿਹਾ ਹੁੰਦਾ 12 ਵਜੇ ਦੁਪਹਿਰ ਨੂੰ ਕਿ ਸੂਰਜ ਨਹੀਂ ਚੜ੍ਹਿਆ ਹੈਗਾ। ਤੇਰੇ ਕੋਲ ਇੰਨੀ ਕੁ ਸਮਝ ਹੋਣੀ ਚਾਹੀਦੀ ਆ ਕਿ ਤੂੰ ਸਮਝ ਸਕੇ ਭਾਈ ਜਾਂ ਤਾਂ ਤੇਰੀਆਂ ਅੱਖਾਂ ਤੋਂ ਤੈਨੂੰ ਦਿਸਦਾ ਨਹੀਂ ਹੈਗਾ ਅਤੇ ਜਾਂ ਤੂੰ ਅੱਖਾਂ ਬੰਦ ਕਰੀਆਂ ਹੋਈਆਂ ਨੇ, ਪਰ ਸੂਰਜ 'ਤੇ ਚੜ੍ਹਿਆ ਹੋਇਆ। ਮਹਾਰਾਜ ਕਹਿੰਦੇ ਨੇ ਕਿ ਜਿੰਨਾ ਚਿਰ ਤੱਕ ਤੇਰੇ ਅੰਦਰ ਸਹਿਮਤ ਹੋਣ ਦੀ ਸ਼ਕਤੀ ਨਹੀਂ ਆਉਂਦੀ, ਤੇਰੀ ਸੁਰਤ ਦੀ ਕੋਈ ਗਰੋਥ ਨਹੀਂ ਹੋਣੀ ਹੈਗੀ। ਕਬੀਰ ਜੀ ਆਪਦੇ ਇੱਕ ਸ਼ਬਦ ਦੇ ਵਿੱਚ, ਸ਼ਲੋਕ ਦੇ ਵਿੱਚ ਕਹਿੰਦੇ ਨੇ ਕਿ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ। ਆ ਜਿਹੜੇ ਲੋਕ ਅਕਾਲ ਪੁਰਖ ਵਾਹਿਗੁਰੂ ਨੂੰ, ਪਰਮਾਤਮਾ ਨੂੰ ਛੱਡ ਕੇ ਹੋਰ ਲੋਕਾਂ ਦੇ ਕੋਲੋਂ ਮੰਗਦੇ ਫਿਰਦੇ ਨੇ, ਹੋਰਾਂ ਦੇ ਕੋਲੋਂ ਆਸ ਕਰਦੇ ਨੇ, ਪਰਮਾਤਮਾ ਨੂੰ ਛੱਡ ਕੇ, ਹੈ ਨਾ। ਉਹ ਕਹਿੰਦੇ ਕਿ ਤੇ ਬਣੇ ਜਿਹੜੇ ਲੋਕ ਪਰਮਾਤਮਾ ਨੂੰ ਛੱਡ ਕੇ ਦੂਜਿਆਂ ਤੋਂ ਮੰਗਦੇ ਫਿਰਦੇ ਨੇ। ਤੱਤੇ ਲਾਵਾਂ ਤੇ ਦਾ ਮਤਲਬ ਕਿ ਉਹ ਲੋਕ ਜਿਹੜੇ ਤਾਂ ਵਾਹਿਗੁਰੂ ਤੋਂ ਮੰਗਦੇ ਨੇ, ਉਹ ਨਹੀਂ ਜਿਹੜੇ ਹੋਰਾਂ ਤੋਂ ਮੰਗਦੇ ਨੇ। ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਉਹ ਲੋਕ ਦੋਜਕ ਜਾਹੇਗੇ, ਪੱਕੇ ਜਾਣਗੇ, ਦੋਜਕ ਦੇ ਵਿੱਚ ਜਾਣਗੇ, ਜਨਮ ਮਰਨ ਦੇ ਚੱਕਰ ਦੇ ਵਿੱਚ ਰਹਿਣਗੇ, ਪੀੜਾ ਦੇ ਵਿੱਚ ਰਹਿਣਗੇ। ਭਾਵ ਕਬੀਰ ਜੀ ਨੇ ਬੜਾ ਬਿਊਟੀਫੁਲ ਜਵਾਬ ਦਿੱਤਾ ਕਿ ਤੇ ਨਰ ਦੋਜਕ ਜਾਹੇਗੇ, ਸਤ ਭਖ ਹੈ ਰਵਿਦਾਸ। ਇਹ ਜਿਹੜੇ ਰਵਿਦਾਸ ਜੀ ਨੇ ਨਾ ਇਸ ਸਮੇਂ ਦੇ, ਉਹ ਸੱਤ ਭਾਖਦੇ ਨੇ। ਭਾਖ ਦਾ ਮਤਲਬ ਹੁੰਦਾ ਬੋਲਦੇ ਨੇ, ਮੂੰਹੋਂ ਅਲਾਉਂਦੇ ਨੇ ਕਿ ਸੱਤ ਬੋਲਦੇ ਨੇ ਕਿ ਇਹ ਲੋਕ ਸਾਰੇ ਦੋਜਕ ਦੇ ਵਿੱਚ ਜਾਣਗੇ ਜਿਹੜੇ ਵਾਹਿਗੁਰੂ ਨੂੰ ਛੱਡ ਕੇ ਦੂਜਿਆਂ ਤੋਂ ਮੰਗਦੇ ਫਿਰਦੇ ਨੇ। ਅਤੇ ਫਿਰ ਕਬੀਰ ਜੀ ਆਪਦਾ ਇੱਕ ਵਿਚਾਰ ਦਿੰਦੇ ਨੇ। ਉਹ ਕਹਿੰਦੇ ਕਿ ਕਬੀਰ ਥੋੜ੍ਹਾ ਜਲ ਮੱਛਲੀ, ਅਤੇ ਜਿੱਥੇ ਪਾਣੀ ਥੋੜ੍ਹਾ ਆ, ਥੋੜ੍ਹੇ ਜਲ ਦੇ ਵਿੱਚ ਜਿਹੜੀ ਮੱਛੀ ਆ ਉਹ ਕਹੇ ਵੀ ਮੈਂ ਟੋਭੇ ਦੇ ਵਿੱਚ ਰਹਿ ਲੂੰਗੀ, ਥੋੜ੍ਹੇ ਜਿਹੇ ਛੱਪੜ ਦੇ ਵਿੱਚ ਰਹਿ ਲੂੰਗੀ, ਹੈ ਨਾ, ਅਤੇ ਮੈਂ ਬਚ ਜੂੰਗੀ ਉੱਥੋਂ, ਹੈ ਨਾ। ਕਬੀਰ ਥੋੜ੍ਹਾ ਜਲ ਮੱਛਲੀ, ਅਤੇ ਉੱਥੇ ਮੱਛੀ ਨੂੰ ਕਬੀਰ ਜੀ ਕਹਿੰਦੇ ਨੇ ਕਿ ਮੱਛੀ ਧਿਆਨ ਰੱਖੀ ਤੂੰ, ਝੀਬਰ ਮੇਲਿਓ ਜਾਲ, ਉੱਥੇ ਝਿਓਰ ਨੇ ਆ ਕੇ ਜਾਲ ਪਾ ਲੈਣਾ। ਇਹ ਗੱਲ ਤੂੰ ਧਿਆਨ ਵਿੱਚ ਰੱਖੀ। ਕਬੀਰ ਥੋੜ੍ਹਾ ਜਲ ਮੱਛਲੀ, ਝੀਵਰ ਮੇਲਿਓ ਜਾਲ,
ਚੋਰ ਨੇ ਆ ਕੇ ਪੱਕਾ ਉੱਥੇ ਜਾਲ ਪਾ ਲੈਣਾ ਟੋਭੇ ਦੇ ਵਿੱਚ, ਅਤੇ ਤੈਨੂੰ ਫੜਨ ਦੇ ਲਈ, ਕੁੱਕ ਕਰਨ ਦੇ ਲਈ ਉਹਨੇ ਆਪਦਾ ਪੂਰਾ ਇੰਤਜ਼ਾਮ ਕਰ ਲੈਣਾ। ਇਹ ਟੋਕਨ ਹੈ। ਟੋਕਣਾ ਹੁੰਦਾ ਟੋਭੇ ਦਾ ਪਾਣੀ, ਛੱਪੜ ਦਾ ਪਾਣੀ, ਥੋੜ੍ਹਾ ਪਾਣੀ ਹੋਵੇ ਜਿਹਦੇ ਵਿੱਚ, ਹੈ ਨਾ, ਜਿਵੇਂ ਆਪਣੇ ਪਿੰਡਾਂ 'ਚ ਟੋਭੇ ਹੁੰਦੇ ਆ। ਇਹ ਟੋਕਣੇ ਨਾ ਛੁੱਟ ਸੈ, ਫਿਰ ਕਰ ਸਮੁੰਦ ਸੰਭਾਲ, ਸਮੁੰਦਰ ਨੂੰ ਸੰਭਾਲਣਾ ਕਰ। ਭਾਵ ਇਹ ਜਿਹੜੇ ਕੱਚੇ ਲੋਕ ਨੇ, ਜਿਹੜੇ ਇਹ ਪਖੰਡੀ ਜਿਹੇ ਲੋਕ ਨੇ, ਜਿਨ੍ਹਾਂ ਦੇ ਕੋਲੇ ਟੋਭਿਆਂ ਜਿੰਨਾ ਪਾਣੀ ਆ, ਛੱਪੜਾਂ ਜਿੰਨਾ ਪਾਣੀ ਆ, ਇਹਨਾਂ ਨੇ ਤੈਨੂੰ ਪਾਰ ਨਹੀਂ ਲਗਾਉਣਾ ਹੈਗਾ। ਭਾਵ ਤੈਨੂੰ ਬਚਾਉਣਾ ਨਹੀਂ ਹੈਗਾ। ਇਸ ਕਰਕੇ ਤੂੰ ਸਮੁੰਦਰ 'ਚ ਜਾ, ਸਮੁੰਦਰ ਨੂੰ ਸੰਭਾਲਣਾ ਕਰ। ਕਬੀਰ ਸਮੁੰਦ ਨਾ ਛੋਡੀ ਹੈ, ਧਿਆਨ ਰੱਖੀ ਸਮੁੰਦਰ ਨੂੰ ਨਾ ਛੱਡਣੀ ਕਿਤੇ। ਜੋ ਅੱਤ ਖਾਰੋ ਹੋਏ, ਭਾਵੇਂ ਉਹ ਕਿੰਨਾ ਹੀ ਖਾਰਾ ਹੋਵੇ, ਸਮੁੰਦਰ ਨੂੰ ਨਹੀਂ ਛੱਡਣਾ ਹੈਗਾ। ਤਾਂ ਸਮੁੰਦਰ ਦੇ ਵਿੱਚ ਹੀ ਰਹਿਣਾ, ਕਿਉਂਕਿ ਪੋਖਰ ਢੂਡ ਤੇ, ਜੇ ਤੂੰ ਪੋਖਰ ਹੁੰਦੇ ਨੇ ਟੋਭੇ, ਫੇਰ ਛੱਪੜਾਂ ਹੋ ਗਈਆਂ ਪੋਖਰ। ਛੱਪੜਾਂ ਦੇ ਵਿੱਚ ਤੈਨੂੰ ਕੁਝ ਨਹੀਂ ਮਿਲਣਾ, ਗਾਰਾ ਚਿੱਕੜ, ਉੱਥੇ ਬੈਠੇ ਨੂੰ ਤੈਨੂੰ ਕਿਸੇ ਨੇ ਸਿਆਣਾ ਵੀ ਨਹੀਂ ਕਹਿਣਾ ਹੈਗਾ। ਇਸ ਕਰਕੇ ਕਬੀਰ ਸਮੁੰਦ ਨਾ ਛੋਡੀ ਹੈ, ਜੋ ਅੱਤ ਖਾਰੋ ਹੋਏ, ਪੋਖਰ ਢੂੰਡ ਤੇ ਭਲੋ ਨਾ ਕਹਿਆ ਕੋਈ। ਤੂੰ ਸਿਆਣਾ ਨਹੀਂ ਲੱਗਣਾ, ਕਿਉਂਕਿ ਜੇ ਤੂੰ ਗੁਰੂ ਨੂੰ ਛੱਡ ਕੇ, ਸਮਰੱਥ ਗੁਰੂ ਨੂੰ ਛੱਡ ਕੇ, ਪੂਰਨ ਗੁਰੂ ਨੂੰ ਛੱਡ ਕੇ ਇਹਨਾਂ ਪਖੰਡੀ ਲੋਕਾਂ ਦੇ ਕੋਲੋਂ ਤੂੰ ਪਰਮਾਤਮਾ ਦੀ ਭਾਲ ਕਰਦਾ, ਫਿਰ ਤੂੰ ਇਹ ਗੱਲ ਦੀ ਸੁੱਖ ਨਾ ਰੱਖੀ। ਉਹ ਆਪ ਫਸਿਆ ਹੋਇਆ, ਜਿਹੜਾ ਖੁਦ ਆਪ ਫਸਿਆ ਹੋਇਆ, ਉਹ ਤੈਨੂੰ ਪਾਰ ਕਿੱਦਾਂ ਲੰਘਾ ਦੂਗਾ, ਹੈ ਨਾ। ਸੋ ਬਾਣੀ ਨੇ ਸਾਨੂੰ ਬੜਾ ਪਿਆਰਾ ਸਮਝਾਉਣਾ ਕੀਤਾ, ਜੋ ਅੱਜ ਸਾਨੂੰ ਹੁਕਮਨਾਮਾ ਸਾਹਿਬ ਦਿੱਤਾ। ਬੜਾ ਹੀ ਖੂਬਸੂਰਤ ਹੁਕਮਨਾਮਾ ਸਾਹਿਬ ਮਹਾਰਾਜ ਨੇ ਦਿੱਤਾ। ਸਤਿਗੁਰ ਤੇਜੋ ਮੋਹ ਫਿਰੇ, ਸੇ ਬੱਧੇ ਦੁੱਖ ਸਹਾਏ। ਗੁਰਬਾਣੀ ਕਹਿੰਦੀ ਹੈ ਕਿ ਸਤਿਗੁਰੂ ਕੌਣ ਆ, ਸੁੱਖ ਕਿਹਦੇ ਕੋਲੋਂ ਮਿਲਣਾ ਸਾਨੂੰ, ਅਤੇ ਅਸੀਂ ਸਾਡੀ ਬੰਦ ਖਲਾਸੀ ਕੌਣ ਕਰ ਸਕਦਾ। ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜਾ ਜਗਤ ਆ, ਜਗਤ ਭਿਖਾਰੀ ਫਿਰਤ ਹੈ। ਇਹ ਸਾਰਾ ਜਗਤ ਆ ਇੱਕ ਭਿਖਾਰੀ ਦੀ ਤਰ੍ਹਾਂ ਆ। ਸਭ ਕੋ ਦਾਤਾ ਰਾਮ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਕੌਣ ਆ ਜੀ, ਵਾਹਿਗੁਰੂ ਆ। ਕਹੋ ਨਾਨਕ ਮਨ ਸਿਮਰਤ ਹੀ, ਜਦੋਂ ਜਦੋਂ ਤੂੰ ਉਸ ਨੂੰ ਮਨ ਦੇ ਵਿੱਚ ਸਰੀਰ ਕਰਕੇ, ਮਨ ਕਰਕੇ ਤੇ ਸਿਮਰਨ ਕਰੇਗਾ, ਇੱਕ ਕੰਮ ਹੋਏਗਾ, ਤੇਰਾ ਭਲਾ ਹੋਏਗਾ। ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਗਾ, ਕੀ ਭਲਾ ਹੋਏਗਾ? ਪੂਰਨ ਹੋਵ ਹੈ ਕਾਮ। ਕਾਮ ਕੀ ਆ? ਇਹ ਜ਼ਿੰਦਗੀ ਦਾ ਪਰਪਸ ਆ, ਕੋਈ ਇਹ ਜ਼ਿੰਦਗੀ ਦਾ ਮਤਲਬ ਆ, ਕੋਈ ਜੋ ਸਾਨੂੰ ਇਹ ਜੀਵਨ ਮਿਲਿਆ ਹੋਇਆ, ਇਹ ਜੀਵਨ ਪ੍ਰੋਡਕਟਿਵਿਟੀ ਲਈ ਮਿਲਿਆ ਹੋਇਆ। ਜਿਹਾ ਜਿਹਾ ਜੀਵਨ ਸਾਡੇ ਕੋਲੇ ਹੈਗਾ, ਅਸੀਂ ਇਸ ਨੂੰ ਹੋਰ ਉੱਚਾ ਚੁੱਕ ਸਕਦੇ ਹਾਂ। ਇਸ ਜੀਵਨ ਦੇ ਵਿੱਚ ਅਸੀਂ ਬਹੁਤ ਕੁਝ ਅੱਛਾ ਕਰ ਸਕਦੇ ਹਾਂ। ਇਸ ਜੀਵਨ ਨੂੰ ਅਸੀਂ ਗੁਰੂ ਦੀ ਮੱਤ ਨਾਲ ਜੀ ਕੇ ਇਸ ਜੀਵਨ ਤੋਂ ਅਸੀਂ ਹੋਰ ਲੋਕਾਂ ਨੂੰ ਐਨਲਾਈਟਨਮੈਂਟ ਦੇ ਸਕਦੇ ਹਾਂ। ਮਹਾਰਾਜ ਕਹਿੰਦੇ ਨੇ ਕਿ ਪੂਰਨ ਹੋਵੇ ਕਾਮ, ਤੇਰੇ ਜੀਵਨ ਦਾ ਪਰਪਸ ਆ ਜਿਹੜਾ ਭਾਈ, ਉਹ ਪੂਰਾ ਹੋ ਜਾਊਗਾ ਜਦੋਂ ਤੂੰ ਸਤਿਗੁਰੂ ਦੇ ਨਾਲ ਜੁੜ ਕੇ ਰਹੇਗਾ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈ ਹੈ। ਹਰ ਇੱਕੋ ਦਾਤਾ ਸੇਵੀਏ, ਹਰ ਇੱਕ ਧਿਆਈ ਹੈ। ਉਸ ਇੱਕ ਵਾਹਿਗੁਰੂ ਦੀ, ਇੱਕ ਅਕਾਲ ਪੁਰਖ ਦੀ ਸੇਵਾ ਕਰੀਏ ਅਤੇ ਉਸੇ ਦਾ ਧਿਆਨ ਰੱਖੀਏ। ਜਦੋਂ ਅਸੀਂ ਉਹਦਾ ਧਿਆਨ ਰੱਖਾਂਗੇ, ਫਿਰ ਕੀ ਹੋਏਗਾ? ਹਰ ਇੱਕੋ ਦਾਤਾ ਮੰਗੀ ਹੈ, ਉਹ ਤੋਂ ਮੰਗਣੀ ਆ। ਪਰਮਾਤਮਾ ਤੋਂ ਦਾਤ ਕੀ ਮੰਗਣੀ ਆ? ਪਰਮਾਤਮਾ ਤੋਂ ਦਾਤ ਬਸ ਇਹੀ ਮੰਗਣੀ ਆ ਕਿ ਗੁਰੂ ਜੀ ਮੈਨੂੰ ਤੇਰੀ ਬੁੱਧੀ ਦੇ ਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੈਨੂੰ ਤੇਰੀ ਮੱਤ ਦੇ ਦੇ, ਮੈਂ ਤੇਰੀ ਮੱਤ ਨਾਲ ਜੀ ਕੇ ਦੇਖਣਾ। ਹੁਣ ਤੱਕ ਮੈਂ ਮੇਰੀ ਮੱਤ ਨਾਲ ਜੀਆ। ਸੋ ਮਹਾਰਾਜ ਕਹਿੰਦੇ ਨੇ ਕਿ ਹਰ ਇੱਕੋ ਦਾਤਾ ਮੰਗੀ ਹੈ, ਉਹਦੇ ਕੋਲੋਂ ਉਹਦਾ ਦਾਤਾ ਪਾਣੀ ਮੰਗ। ਦਾਤਾ ਪਣ ਕੀ? ਤੇਰਾ ਸੁਭਾਅ ਪਰਮਾਤਮਾ ਮੈਨੂੰ ਦੇ ਦੇ, ਜਿਹਾ ਜਿਹਾ ਤੇਰਾ ਮਿੱਠਾ ਸੁਭਾਅ ਆ। ਸੋ ਹਰ ਇੱਕੋ ਦਾਤਾ ਮੰਗੀਏ, ਮਨ ਚਿੰਦਿਆ ਪਾਈ ਹੈ। ਜਦੋਂ ਉਸ ਪਰਮਾਤਮਾ ਕੋਲੋਂ, ਵਾਹਿਗੁਰੂ ਕੋਲੋਂ, ਵਾਹਿਗੁਰੂ ਨੇ ਹੀ ਮੰਗ ਲਿਆ, ਉਹ ਕਹਿੰਦੇ ਮਨ ਚਿੰਦਿਆ, ਮਨ ਦੀਆਂ ਸਾਰੀਆਂ ਹੀ ਭੁੱਖਾਂ ਰੱਜ ਜਾਣਗੀਆਂ, ਮਨ ਦੀਆਂ ਸਾਰੀਆਂ ਹੀ ਭੁੱਖਾਂ ਮਿਟ ਜਾਣਗੀਆਂ। ਜੇ ਅਸੀਂ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਨਹੀਂ ਮੰਗਦੇ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਭੁੱਖਿਆ, ਤੇਰੀ ਭੁੱਖ ਨਾਲ ਭੁੱਖ ਕਦੇ ਨਹੀਂ ਮਿਟਦੀ ਹੈਗੀ। ਭੁੱਖਿਆ, ਭੁੱਖ ਨਾ ਉਤਰੀ, ਇਹ ਉਤਰੇਗੀ ਨਹੀਂ ਬਲਕਿ ਹੋਰ ਚੜ੍ਹਦੀ ਜਾਏਗੀ। ਕਿਉਂਕਿ ਜਿਹੜੀ ਭੁੱਖ ਆ, ਭੁੱਖ ਨੂੰ ਮਿਟਾਉਣ ਵਾਸਤੇ ਸਾਨੂੰ ਰੱਜ ਚਾਹੀਦਾ, ਸਾਨੂੰ ਭੋਜਨ ਚਾਹੀਦਾ। ਭੁੱਖ ਦਾ
ਇੱਕੋ ਇੱਕ ਭੋਜਨ ਆ, ਉਹ ਹੈ ਵਾਹਿਗੁਰੂ ਦਾ ਨਾਮ, ਸਬਰ ਤੇ ਸੰਤੋਖ। ਬਿਨਾਂ ਸੰਤੋਖ ਨਹੀਂ ਕੋ ਰਾਜੈ। ਰੱਜ ਬਿਨਾਂ ਸੰਤੋਖ ਤੋਂ ਨਹੀਂ ਆਉਂਦਾ। ਗੁਰਦੇਵ ਕਹਿੰਦੇ ਨੇ ਹਰ ਇੱਕੋ ਦਾਤਾ ਮੰਗੀਐ, ਉਹ ਪਰਮਾਤਮਾ ਕੋਲੋਂ ਪਰਮਾਤਮਾ ਨੂੰ ਹੀ ਮੰਗ। ਮਨ ਚਿੰਦਿਆ ਪਾਈਐ, ਤੇਰੀਆਂ ਸਾਰੀਆਂ ਭੁੱਖਾਂ ਦਾ ਅੰਤ ਹੋ ਜਾਊਗਾ, ਭਾਵ ਰੱਜ ਆ ਜਾਊਗਾ। ਰੱਜਿਆ ਹੋਇਆ ਜੀਵਨ ਹੀ ਰਾਜਾ, ਰੱਜਿਆ ਹੋਇਆ ਸੰਤੋਖੀ ਜੀਵਨ ਹੀ ਰਾਜਾ, ਸੰਤੋਖੀ ਜੀਵਨ ਹੀ ਬਿਊਟੀ ਆ, ਸੰਤੋਖੀ ਜੀਵਨ ਹੀ ਇਸ ਜ਼ਿੰਦਗੀ ਦੀ ਉਚਾਈ ਆ। ਮਹਾਰਾਜ ਕਹਿੰਦੇ ਨੇ ਕਿ ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ। ਜੇ ਹੁਣ ਪਰਮਾਤਮਾ ਨੂੰ, ਗੁਰੂ ਨੂੰ ਛੱਡ ਕੇ ਦੂਜੇ ਕੋਲੋਂ ਮੰਗਣ ਜਾਈਏ, ਮਹਾਰਾਜ ਕਹਿੰਦੇ ਫਿਰ ਐਂ ਕਰ, ਲਾਜ ਮਰਾਈਏ, ਤਾਂ ਲਾਜ ਮਰਾਈਏ, ਲਾਜ ਦੇ ਵਿੱਚ ਹੀ ਮਰ ਜਾ, ਇਹਨਾਂ ਤਾਂ ਡੁੱਬ ਕੇ ਮਰ ਜੇ ਤੂੰ ਤਾਂ ਚੰਗੀ ਗੱਲ ਆ। ਸੋ ਗੁਰਦੇਵ ਜੀ ਨੇ ਬੜਾ ਪਿਆਰਾ ਸਾਨੂੰ ਹੁਕਮਨਾਮਾ ਸਾਹਿਬ ਦਿੱਤਾ ਕਿ ਸਤਿਗੁਰ ਤੇ ਜੋ ਮੋਹ ਫੇਰੇ, ਜਿਹੜੇ ਸਤਿਗੁਰੂ ਤੋਂ ਮੂੰਹ ਫੇਰ ਲੈਂਦੇ ਹਨ, ਭਾਵ ਮਾੜਾ ਜਿਹਾ ਪ੍ਰੋਬਲਮ ਆ ਗਈ, ਮਾੜਾ ਜਿਹਾ ਟਫ ਟਾਈਮ ਆ ਗਿਆ, ਅਤੇ ਬਾਬਾ ਅਸੀਂ ਤੇਰੀ ਸੁੱਖ ਕਰ ਲਈ, ਇੱਕ ਪਾਠ ਵੀ ਕਰਾ ਲਿਆ, ਅਤੇ ਤੇਰੀ ਮੈਂ 51 ਰੁਪਈਏ ਦੀ ਸੁੱਖ ਵੀ ਦੇ ਦੂੰਗਾ, ਮੇਰਾ ਕੰਮ ਕਰ ਦੇ। ਦੁਕਾਨਦਾਰੀ ਕਰਦੇ ਹਾਂ ਅਸੀਂ ਪਰਮਾਤਮਾ ਦੇ ਨਾਲ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਅਸੀਂ ਦੁਕਾਨਦਾਰੀ ਕਰਦੇ ਹਾਂ। ਦੁਕਾਨਦਾਰੀ ਤੇ ਉਹਨੂੰ ਪਤਾ ਵੀ ਇਹਦਾ ਮੈਂ ਕਿਹੜਾ ਕੰਮ ਕਰਨਾ, ਕਿਹੜਾ ਮੈਂ ਨਹੀਂ ਕਰਨਾ, ਅਤੇ ਮਾੜਾ ਜਿਹਾ ਗੱਲ ਵਿਸ਼ਵਾਸ ਹੁੰਦਾ ਨਹੀਂ ਜੀ, ਸਾਡਾ ਤਾਂ ਕੋਈ ਰੱਬ 'ਤੇ ਵਿਸ਼ਵਾਸ ਨਹੀਂ ਰਿਹਾ, ਸਾਡਾ ਤਾਂ ਕੋਈ ਭਰੋਸਾ ਹੀ ਨਹੀਂ ਰਿਹਾ, ਪਤਾ ਨਹੀਂ ਰੱਬ ਮੇਰੇ ਨਾਲ ਇੱਦਾਂ ਕਿਉਂ ਕਰਦਾ, ਇਹ ਚੀਜ਼ਾਂ ਮੇਰੇ ਨਾਲ ਹੀ ਕਿਉਂ ਹੁੰਦੀਆਂ ਨੇ, ਹੈ ਨਾ। ਅਤੇ ਵਿਸ਼ਵਾਸ ਟੁੱਟਦਿਆਂ ਸਕਿੰਟ ਨਹੀਂ ਲੱਗਦਾ। ਵਿਸ਼ਵਾਸ ਟੁੱਟਣਾ ਕਿਉਂ ਆ? ਕਿਉਂਕਿ ਹੈ ਹੀ ਨਹੀਂ ਤੀ ਵਿਸ਼ਵਾਸ। ਸਾਡੇ ਵੱਲੋਂ ਪਰਮਾਤਮਾ 'ਚ ਵਿਸ਼ਵਾਸ ਹੀ ਨਹੀਂ ਸੀ। ਅਸੀਂ ਤਾਂ ਦੁਕਾਨਦਾਰੀ ਕਰੀ ਨਾ ਜਾ ਕੇ ਵਾਹਿਗੁਰੂ ਦੇ ਨਾਲ ਕਿ ਸਤਿਆ ਮਨ ਸੰਤੋਖ ਉਪਜੈ, ਦੇਣੇ ਕੈ ਵਿਚਾਰ, ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਅਸੀਂ ਤਾਂ ਪਰਮਾਤਮਾ ਦੇ ਨਾਲ ਜਿਹੜਾ ਰਿਸ਼ਤਾ ਵੀ ਬਣਾਇਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ, ਉਹ ਆਪਣੀ ਸ਼ੋਭਾ ਲਈ ਬਣਾਇਆ ਹੋਇਆ ਕਿ ਲੋਕ ਮੈਨੂੰ ਚੰਗਾ ਕਹਿਣ। ਆ ਜਿਹੜੀ ਚੰਗਿਆਈ ਲਈ ਕੋਈ ਰਿਸ਼ਤਾ ਬਣਾਇਆ ਹੋਇਆ, ਜਿਹੜਾ ਇੱਕ ਪਾਸੜ ਆ, ਉਹਨੇ ਵਰਕ ਨਹੀਂ ਕਰਨਾ, ਕਿਉਂਕਿ ਉਹ ਟੁੱਟਿਆ ਦਾ ਟੁੱਟਿਆ ਪਿਆ। ਤੇਰੇ ਵੱਲੋਂ, ਸਾਡੇ ਵੱਲੋਂ ਗੁਰੂ ਨਾਲ ਕੋਈ ਰਿਸ਼ਤਾ ਨਹੀਂ ਹੈਗਾ, ਪਰ ਗੁਰੂ ਨੇ ਫਿਰ ਵੀ ਨਿਭਾਇਆ ਹੋਇਆ ਸਾਡੇ ਵੱਲੋਂ। ਅਤੇ ਇਹੋ ਜਿਹੇ ਲੋਕ ਨੇ ਜਿਹੜੇ ਉਹ ਉਸੇ ਵਕਤ ਕਹਿੰਦੇ ਨੇ ਸਾਡਾ ਤਾਂ ਪਰਮਾਤਮਾ ਨੇ ਕੁਛ ਨਹੀਂ ਕੀਤਾ, ਪਤਾ ਨਹੀਂ ਮੇਰੇ ਨਾਲ ਹੀ ਇੱਦਾਂ ਕਿਉਂ ਹੁੰਦਾ। ਜਿਹੜੇ ਇਹੋ ਜਿਹੇ ਲੋਕ ਮੂੰਹ ਫੇਰ ਲੈਂਦੇ ਨੇ ਪਰਮਾਤਮਾ ਤੋਂ, ਸਤਿਗੁਰ ਤੇ ਜੋ ਮਾੜੀ ਗੱਲ 'ਤੇ ਕੰਪਲੇਂਟ ਕਰਨ ਵਾਲੇ ਲੋਕ ਮੂੰਹ ਫਿਰੇ, ਉਹਨਾਂ ਦੇ ਮੂੰਹ ਫਿਰ ਜਾਂਦੇ ਨੇ। ਉਹ ਪਹਿਲਾਂ ਉਹ ਮੂੰਹ ਫਿਰਦੇ ਨੇ, ਫਿਰ ਉਹਨਾਂ ਦੇ ਮੂੰਹ ਫਿਰ ਜਾਂਦੇ ਨੇ, ਮੂੰਹ ਭਾਵ ਵਿੰਗੇ ਮੂੰਹ ਹੋ ਜਾਂਦੇ ਨੇ। ਫਿਰ ਬੋਲਣ ਦੀ ਤਹਿਜੀਬ ਨਹੀਂ ਰਹਿੰਦੀ, ਦੇਖਣ ਦੀ ਕੋਈ ਤਹਿਜੀਬ ਨਹੀਂ ਰਹਿੰਦੀ, ਹਰ ਗੱਲ ਦੇ ਵਿੱਚ ਕੰਪਲੇਂਟ, ਦੁੱਖ ਹੀ ਦੁੱਖ। ਇਨਸਾਨ ਦੀ ਜ਼ਿੰਦਗੀ ਦਾ ਚੱਕਰ ਹੀ ਪੁੱਠਾ ਪੈ ਜਾਂਦਾ। ਕਦੋਂ? ਜਦੋਂ ਅਸੀਂ ਕੰਪਲੇਂਟ ਤੋਂ ਸ਼ੁਰੂ ਕਰਦੇ ਹਾਂ। ਸਤਿਗੁਰ ਤੇ ਜੋ ਮੂੰਹ ਫਿਰੇ, ਜਿਹੜੇ ਮੂੰਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੋਂ ਫਿਰ ਜਾਂਦੇ ਆ। ਜਦੋਂ ਮੂੰਹ ਫਿਰ ਗਏ ਤਾਂ ਜ਼ਿੰਦਗੀ ਫਿਰ ਗਈ, ਜਦੋਂ ਮੂੰਹ ਫਿਰ ਗਏ ਤਾਂ ਸਾਰੇ ਪ੍ਰੋਬਲਮਾਂ ਨੇ ਜਿਹੜੀਆਂ ਸੰਸਾਰ ਦੀਆਂ, ਮੁਸੀਬਤਾਂ ਨੇ, ਤੰਗੀਆਂ ਨੇ, ਤੁਰਸ਼ੀਆਂ ਨੇ, ਉਹ ਵੈਲਕਮ ਕਰਦੀਆਂ ਨੇ। ਆ ਜਾ ਤੂੰ ਹੁਣ ਤੈਨੂੰ ਅਸੀਂ ਦੇਖਦੇ ਹਾਂ। ਫਿਰ ਮਾਇਆ ਉਹਦੇ ਨਾਲ ਡੀਲ ਕਰਦੀ ਆ, ਤੈਨੂੰ ਹੁਣ ਮੈਂ ਟੀਚ ਕਰੂੰਗੀ, ਹੈ ਨਾ। ਸਤਿਗੁਰ ਤੇ ਜੋ ਮੂੰਹ ਫਿਰੇ ਸੇ ਬੱਧੇ ਦੁੱਖ ਸਹਾਏ। ਫਿਰ ਮਾਇਆ ਬੰਨ੍ਹ ਲੈਂਦੀ ਆ ਉਹਨਾਂ ਨੂੰ, ਬੰਨ੍ਹ ਕੇ ਇਹੋ ਜਿਹੇ ਚੱਕਰ 'ਚ ਪਾਉਂਦੀ ਆ ਕਿ ਉੱਥੋਂ ਨਿਕਲਣਾ ਬੜਾ ਮੁਸ਼ਕਿਲ ਹੋ ਜਾਂਦਾ। ਫਿਰ ਮਿਲਣ ਨਾ ਪਾਏ ਨਹੀਂ, ਉਹ ਨਿਕਲ ਨਹੀਂ ਦਿੰਦੀ। ਇੱਕ ਵਾਰੀ ਬੰਦਾ ਚੱਕਰ 'ਚ ਪੈ ਗਿਆ ਨਾ ਮਾਇਆ ਦੇ, ਉਹ ਕਹਿੰਦੇ ਫਿਰ ਉਹ ਨਿਕਲਣ ਨਹੀਂ ਦਿੰਦੀ। ਜੰਮਹਿ ਤੇ ਮਰ ਜਾਹੇ, ਜੰਮਦਾ ਰਹਿੰਦਾ, ਮਰਦਾ ਰਹਿੰਦਾ, ਮਰਦਾ ਰਹਿੰਦਾ, ਜੰਮਦਾ ਰਹਿੰਦਾ। ਮਹਾਰਾਜ ਕਹਿੰਦੇ ਨੇ ਸਹਿਸਾ, ਸੰਸੇ ਤੇ ਹੰਕਾਰ, ਦੋ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ, ਇਹ ਰੋਗ ਲੱਗਦਾ, ਇਹ ਇਨਸਾਨ ਨੂੰ ਦੁੱਖ ਲੱਗ ਜਾਂਦਾ। ਹੁਣ ਜਦੋਂ ਇਹ ਇਨਸਾਨ ਨੂੰ ਦੁੱਖ ਲੱਗ ਜਾਂਦਾ, ਲੱਗੇ ਹੋਏ ਦੁੱਖ ਦਾ ਕੋਈ ਇਲਾਜ ਨਾ ਹੋਵੇ, ਹੈ ਨਾ। ਸਹਿਸਾ ਰੋਗ ਨਾ ਛੋੜਈ। ਇਹ ਰੋਗ ਇੱਦਾਂ ਦਾ ਜਿਵੇਂ ਕੋਈ ਬੰਦਾ ਮਿੱਠਾ ਖਾਂਦਾ ਹੋਵੇ ਨਾ, ਮਿੱਠੇ ਖਾਂਦੇ ਨੂੰ ਸ਼ੂਗਰ ਲੱਗ ਜੇ, ਹੈ ਨਾ, ਕਿੱਦਾਂ ਦਾ ਸਰੀਰ ਹੋ ਜਾਂਦਾ ਉਹਦਾ, ਹੈ ਨਾ। ਸਹਿਸਾ ਰੋਗ ਨਾ ਛੋੜਈ, ਫਿਰ ਉਹ ਛੱਡ ਕੇ ਨਹੀਂ ਜਾਂਦਾ। ਸਹਿਸਾ ਰੋਗ ਨਾ ਛੋੜਈ, ਦੁੱਖ ਮਹਿ
ਦੁੱਖ ਪਾਹੇ। ਦੁੱਖ ਦੇ ਵਿੱਚ ਹੋਰ ਦੁੱਖ ਐਡ ਹੁੰਦੇ ਜਾਂਦੇ ਨੇ, ਪਰ ਐਂਡ ਆਫ ਦੀ ਡੇ ਨਾਨਕ ਨਦਰੀ ਬਖਸ਼ ਲੇਹੇ। ਅੰਦਰ ਜੇ ਉਹ ਵਾਹਿਗੁਰੂ ਜੀ ਬਖਸ਼ਿਸ਼ ਕਰ ਲੇ, ਜੇ ਉਹ ਪਰਮਾਤਮਾ ਬਖਸ਼ਿਸ਼ ਕਰ ਲੇ, ਸ਼ਬਦੇ ਮੇਲ ਮਿਲਾਹੇ, ਤਾਂ ਉਹ ਸਾਨੂੰ ਸ਼ਬਦ ਗੁਰੂ ਨਾਲ ਜੋੜਦਾ। ਹੁਣ ਭਾਈ ਆਹ ਕੀਮਤ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੀ। ਜਿਹੜੇ ਸ਼ਬਦ ਅਸੀਂ ਪੜ੍ਹਦੇ ਹਾਂ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਜਿਹੜੇ ਇਹ ਸ਼ਬਦ ਨੇ, ਹੁਣ ਇਹਨੂੰ ਪੜ੍ਹੀਏ। ਜੇ ਤਾਂ ਅਸੀਂ ਗੁਰੂ ਨਾਨਕ ਦੇਵ ਜੀ ਦਾ ਸਵਰੂਪ ਪੜ੍ਹ ਕੇ ਪੜ੍ਹਾਂਗੇ ਤਾਂ ਤੇ ਅਸੀਂ ਛੁੱਟ ਜਾਵਾਂਗੇ, ਨਹੀਂ ਇਹ ਪ੍ਰੋਬਲਮ 'ਚ ਫਸਣ ਵਾਲੀ ਉਹ ਗੱਲ ਆ। ਅਤੇ ਗੁਰੂ ਮਹਾਰਾਜ ਕਹਿੰਦੇ ਨੇ ਕਿ ਸਤਿਗੁਰ ਤੇਜੋ ਮੂੰਹ ਫਿਰੇ। ਜਿਹੜੇ ਮੂੰਹ ਸਤਿਗੁਰੂ ਤੋਂ ਫਿਰ ਜਾਂਦੇ ਨੇ, ਉਹਨਾਂ ਦਾ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਕੋਈ ਇਲਾਜ ਨਹੀਂ ਹੁੰਦਾ, ਕੋਈ ਤੰਦਰੁਸਤੀ ਨਹੀਂ ਆਉਂਦੀ। ਕਿਉਂਕਿ ਦੂਜਿਆਂ ਦੇ ਕੋਲੋਂ ਮੰਗਣਾ, ਜਿਨ੍ਹਾਂ ਦੇ ਕੋਲੇ ਆਪ ਹੀ ਥੋੜ੍ਹਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸੱਚ ਦਾਤਾਰ ਵਿਸਾਰ ਕੇ ਮੰਗਤਿਆਂ ਨੂੰ ਮੰਗਣ ਜਾਈ। ਕਾਹਤੋਂ ਮੰਗਤਿਆਂ ਕੋਲੋਂ ਮੰਗਦਾ ਫਿਰਦਾ ਭਾਈ? ਜਿਹੜਾ ਤੇਰੇ ਘਰੇ ਸਮੁੰਦਰ ਆ, ਸਮੁੰਦਰ ਦੇ ਵਿੱਚ ਜਾ, ਮੱਤ ਦੇ ਵਿੱਚ ਜਾ, ਉੱਤਰ ਉਹਦੇ ਵਿੱਚ, ਅੰਮ੍ਰਿਤ ਵੇਲਾ ਸੰਭਾਲ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਉਸ ਗੁਰੂ ਦੇ ਸ਼ਬਦ ਦੀ ਵਡਿਆਈ ਦੀ ਵਿਚਾਰ ਕਰ, ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਲੈ ਕੇ ਆ। ਫਿਰ ਕੀ ਹੋਏਗਾ? ਮੱਤ ਵਿੱਚ ਰਤਨ ਜਵਾਹਰ ਮਾਣਕ। ਇੱਕ ਸਿੱਖ ਨੇ ਤੇਰੀ ਮੱਤ ਦੇ ਵਿੱਚ ਰਤਨ ਜਵਾਹਰ ਮਾਣਕ ਭਰ ਦੇਣੇ ਨੇ। ਕਾਹਤੋਂ ਮੰਗਤਿਆਂ ਤੋਂ ਮੰਗਣ ਜਾਣਾ? ਉਹ ਮੰਗਤੇ ਤੈਨੂੰ ਆਪਦੇ ਲਈ ਯੂਜ਼ ਕਰਦੇ ਰਹਿਣਗੇ। ਇਸ ਕਰਕੇ ਦਾਤਾਰ ਕੋਲੋਂ ਮੰਗ, ਅਕਾਲ ਪੁਰਖ ਵਾਹਿਗੁਰੂ ਜੀ ਕੋਲੋਂ ਮੰਗ। ਮੰਗਣਾ ਕੁਝ ਤਾਂ ਉਸ ਪਰਮਾਤਮਾ ਨੂੰ ਕੋਲੋਂ, ਪਰਮਾਤਮਾ ਨੂੰ ਹੀ ਮੰਗ। ਅਤੇ ਜਿਹੜੀ ਮੰਗ ਦੇ ਨਾਲ ਤੇਰੀਆਂ ਸਾਰੀਆਂ ਭੁੱਖਾਂ ਮਿਟ ਜਾਣ, ਖਤਮ ਹੋ ਜਾਣ। ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਗੁਰਦੇਵ ਮਿਹਰ ਕਰਨ ਅਤੇ ਸਾਡਾ ਜਿਹੜਾ ਫੇਸ ਆ, ਸਾਡਾ ਮੂੰਹ ਗੁਰੂ ਵੱਲ ਰਹੇ। ਅਸੀਂ ਗੁਰਮੁਖ ਹੋ ਕੇ ਜਾਈਏ, ਇਸ ਸੰਸਾਰ ਦੇ ਵਿੱਚੋਂ ਜ਼ਿੰਦਗੀ ਕਮਾ ਕੇ ਜਾਈਏ। ਜ਼ਿੰਦਗੀ ਕਮਾ ਕੇ ਹੀ ਸਾਨੂੰ ਸੋਹਣਾ ਲੱਗੂ। ਅਸੀਂ ਆਪ ਬਚੀਏ, ਸਾਡਾ ਪਰਿਵਾਰ ਸੰਭਾਲੀਏ ਅਤੇ ਸਾਡੇ ਬੱਚਿਆਂ ਨੂੰ ਸੰਭਾਲੀਏ। ਜਿਹੜੀ ਸਭ ਤੋਂ ਵੱਡੀ ਗੱਲ ਆ, ਜੇ ਸਾਡੇ ਬੱਚਿਆਂ ਨੂੰ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ 4 ਸਾਹਿਬਜ਼ਾਦਿਆਂ ਦਾ ਨਾਮ ਨਹੀਂ ਪਤਾ, 5 ਪਿਆਰਿਆਂ ਦਾ ਨਾਮ ਨਹੀਂ ਪਤਾ, ਸਿੱਖ ਸ਼ਹੀਦਾਂ ਜਰਨੈਲਾਂ ਦਾ ਨਾਮ ਨਹੀਂ ਪਤਾ, ਇਹ ਭਾਈ ਸਾਡੇ ਵਾਸਤੇ ਦੁੱਖ ਦੀ ਗੱਲ ਆ। ਇਹ ਸਾਡਾ ਮੂੰਹ ਫਿਰਿਆ ਹੋਇਆ, ਅਤੇ ਇੱਥੇ ਅਸੀਂ ਗੁਰੂ ਜੀ ਦੀ ਨਾਰਾਜ਼ਗੀ ਹੀ ਲਵਾਂਗੇ। ਐਂਡ ਆਫ ਦੀ ਡੇ ਸਤਿਗੁਰ ਤੇ ਜੋ ਮੂੰਹ ਫਿਰੇ ਸੇ ਬੱਧੇ ਦੁੱਖ ਸਹਾਏ। ਆ ਜਿਹੜੇ ਹੁਣ ਕਿਸਾਨ ਮੋਰਚੇ ਲੱਗੇ ਹੋਏ ਨੇ ਨਾ, ਇਹ ਮੂੰਹ ਫਿਰਨ ਕਰਕੇ ਲੱਗੇ ਹੋਏ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਲੋਕ ਫਰਾਂਸ ਤੋਂ, ਇੰਗਲੈਂਡ ਤੋਂ, ਅੰਗਰੇਜ਼ ਲੋਕ ਜੌਬ ਕਰਨ ਜਾਂਦੇ ਹੁੰਦੇ ਸੀ। ਅਤੇ ਚਲੋ ਖੈਰ ਜੋ ਹੋ ਗਿਆ ਉਹਨੂੰ ਤਾਂ ਹੁਣ ਆਪਾਂ ਕਰ ਨਹੀਂ ਸਕਦੇ, ਕਿਉਂਕਿ ਸੱਚ ਦਾ ਤਾਰ ਵਿਸਾਰ ਕੇ ਮੰਗਤਿਆਂ ਨੂੰ ਮੰਗਣ ਜਾਹੀ। ਮੂੰਹ ਫੇਰਾਂਗੇ ਤਾਂ ਇਹ ਜੁੱਤੀਆਂ ਪੈਂਦੀਆਂ ਰਹਿਣਗੀਆਂ। ਇਹਦੇ ਲਈ ਸਾਨੂੰ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ। ਪਰ ਜੇ ਹਾਂ ਅਸੀਂ ਆਪਦਾ ਮੂੰਹ ਗੁਰੂ ਵੱਲ ਕਰਾਂਗੇ ਤਾਂ ਸਾਡੀਆਂ ਜਿੱਤਾਂ, ਸਾਡੀ ਚੜ੍ਹਦੀ ਕਲਾ ਨੂੰ ਕੋਈ ਵੀ ਨਹੀਂ ਰੋਕ ਸਕਦਾ ਹੈਗਾ। ਸੋ ਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ ਆ, ਮਿਹਰ ਕੀਤੀ ਆ। ਸੱਚੇ ਪਾਤਸ਼ਾਹ ਸਾਡੇ ਹਿਰਦੇ ਵਿੱਚ ਪੜ੍ਹੀ ਸੁਣੀ ਬਾਣੀ ਹਿਰਦੇ ਵਿੱਚ ਵਸੇ, ਅਤੇ ਪੜ੍ਹੀ ਸੁਣੀ ਬਾਣੀ ਸਾਡੇ ਜੀਵਨ ਵਿੱਚ ਆਵੇ। ਬੇਅੰਤ ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अमर न तेरी बातें।